ਹੈਲੋ ਗੁੱਡ ਮਾਰਨਿੰਗ ਜੈਮਸੀ ਦੀ ਪਰਮੇਸ਼ਵਰ ਦਾ ਅਨੁਗ੍ਰਹਿ ਆਪ ਸਭ ਦੇ ਉੱਤੇ ਹੋਏ। ਮੈਂ ਯਕੀਨ ਕਰਦੀ ਹਾਂ ਤੁਸੀਂ ਪਰਮੇਸ਼ਵਰ ਜੀ ਦੀ ਕਿਰਪਾ ਦੇ ਨਾਲ, ਪਰਮੇਸ਼ਵਰ ਦੀ ਦਇਆ ਦੇ ਨਾਲ ਆਪਣੇ ਘਰਾਂ ਦੇ ਵਿੱਚ ਬਿਲਕੁਲ ਰਾਜੀ ਖੁਸ਼ ਹੋਵੋਗੇ ਔਰ ਪਰਮੇਸ਼ਵਰ ਦੀ ਵਫਾ ਦਾ ਆਨੰਦ ਲੈ ਰਹੇ ਹੋਵੋਗੇ, ਕਿਉਂਕਿ ਉਹ ਵਫਾਦਾਰ ਪਰਮੇਸ਼ਵਰ ਆ। ਹੀ ਇਜ਼ ਪ੍ਰੋਮਿਸ ਕੀਪਰ ਗॉड, ਹੀ ਇਜ਼ ਦ ਵੇ ਮੇਕਰ ਗॉड। ਸੱਚਮੁੱਚ ਉਹ ਰਸਤਾ ਬਣਾਉਣ ਵਾਲਾ ਪਰਮੇਸ਼ਵਰ ਆ, ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਆ। ਔਰ ਮੈਂ ਯਕੀਨ ਕਰਦੀ ਹਾਂ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਨਵੇਂ ਰਸਤੇ ਬਣ ਰਹੇ ਹੋਣਗੇ, ਤੁਸੀਂ ਆਪਣੀਆਂ ਸਮੱਸਿਆਵਾਂ ਦੇ ਵਿੱਚੋਂ ਬਾਹਰ ਆ ਰਹੇ ਹੋਵੋਗੇ, ਕਿਉਂਕਿ ਮੇਰਾ ਪਰਮੇਸ਼ਵਰ ਭਲਾ ਪਰਮੇਸ਼ਵਰ। ਔਰ ਬਾਈਬਲ ਦੇ ਵਿੱਚ ਲਿਖਿਆ, ਪਵਿੱਤਰ ਬਾਈਬਲ ਦੇ ਵਿੱਚ, ਚੱਖੋ ਤੇ ਵੇਖੋ ਯਹੋਵਾ ਭਲਾ ਹੈ। ਹਾਲੇਲੂਇਆ। ਅੱਜ ਅਸੀਂ ਇੱਕ ਵੰਡਰਫੁਲ ਵਰਡ ਸਿੱਖਾਂਗੇ ਪਵਿੱਤਰ ਬਾਈਬਲ ਦੇ ਵਿੱਚੋਂ, ਜਿਹੜਾ ਇੰਨਾ ਇਨਕਰੇਜ ਕਰਦਾ ਆ ਸਾਡੇ ਸਪਿਰਿਟ ਨੂੰ, ਜਿਹੜਾ ਸਾਨੂੰ ਇੰਨਾ ਬਲ ਦਿੰਦਾ ਆ। ਪੜ੍ਹ ਕੇ ਇੰਨੀ ਖੁਸ਼ੀ ਆਉਂਦੀ ਆ। ਤੇ ਜੇ ਤੁਸੀਂ ਉਸ ਸਕ੍ਰਿਪਚਰ ਨੂੰ, ਉਸ ਵਚਨ ਨੂੰ ਆਪਣੇ ਦਿਲ ਦੇ ਵਿੱਚ ਰੱਖ ਲਵੋ ਤਾਂ ਤੁਸੀਂ ਆਨੰਦ ਦੇ ਨਾਲ ਭਰ ਜਾਓਗੇ। ਸੱਚੀ ਤੁਸੀਂ ਆਨੰਦ ਦੇ ਨਾਲ ਭਰ ਜਾਓਗੇ, ਮੈਂ ਤੁਹਾਨੂੰ ਕਹਿੰਦੀ ਆ। ਅੱਜ ਅਸੀਂ ਦੇਖਾਂਗੇ ਪਵਿੱਤਰ ਵਚਨ ਦੇ ਵਿੱਚੋਂ, ਸਿੱਖਾਂਗੇ ਕਿ ਪਰਮੇਸ਼ਵਰ ਸਾਡੇ ਨਾਲ ਆ, ਪਰਮੇਸ਼ਵਰ ਸਾਡੇ ਅੰਗ ਸੰਗ ਆ। ਹਾਲੇਲੂਇਆ। ਮੇਰੇ ਖਿਆਲ 'ਚ ਇਹ ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਆ, ਅਰੇ ਸਭ ਤੋਂ ਵੱਧ ਸੈਲੀਬ੍ਰੇਟ ਕਰਨ ਵਾਲੀ ਗੱਲ ਆ ਕਿ ਪਰਮੇਸ਼ਵਰ ਸਾਡੇ ਨਾਲ ਆ, ਪਰਮੇਸ਼ਵਰ ਸਾਡੇ ਅੰਗ ਸੰਗ ਆ। ਇਦੋਂ ਵੱਡੀ ਬਲੈਸਿੰਗ ਲਾਈਫ ਦੇ ਵਿੱਚ ਕੁਝ ਹੋ ਨਹੀਂ ਸਕਦੀ, ਇਦੋਂ ਵੱਡੀ ਖੁਸ਼ੀ ਦੀ ਗੱਲ ਕੁਝ ਹੋ ਨਹੀਂ ਸਕਦੀ। ਇਦੋਂ ਜ਼ਿਆਦਾ ਸੈਲੀਬ੍ਰੇਟ ਕਰਨ ਦੇ ਲਈ ਸਾਨੂੰ ਕੁਝ ਲੱਭਣ ਦੀ ਜ਼ਰੂਰਤ ਨਹੀਂ ਕਿ ਅਸੀਂ ਅੱਜ ਕੀ ਸੈਲੀਬ੍ਰੇਟ ਕਰੀਏ, ਕੀ ਓਕੇਸ਼ਨ ਸੈਲੀਬ੍ਰੇਟ ਕਰੀਏ, ਕਿ ਅਸੀਂ ਖੁਸ਼ ਹੋਈਏ ਕਿਸੇ ਗੱਲ ਦੇ ਲਈ। ਮੈਂ ਕਹਿੰਦੀ ਅੱਜ ਤੁਸੀਂ ਸੈਲੀਬ੍ਰੇਟ ਕਰੋ। ਅਗਰ ਅੱਜ ਤੱਕ ਤੁਹਾਨੂੰ ਨਹੀਂ ਪਤਾ ਸੀ ਤੇ ਅੱਜ ਤੁਸੀਂ ਇਹ ਵਚਨ ਸੁਣਨ ਦੇ ਬਾਅਦ ਦੇ ਵਿੱਚ, ਮੈਂ ਕਹਿੰਦੀ ਕੇਕ ਕੱਟੋ, ਗੀਤ ਗਾਓ ਪਰਮੇਸ਼ਵਰ ਦੀ ਮਹਿਮਾ ਦੇ। ਅਰ ਮੈਂ ਤੁਹਾਨੂੰ ਕਹਿੰਦੀ ਆ, ਪਰਮੇਸ਼ਵਰ ਦੀ ਦਾਸੀ, ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਅਗਰ ਤੁਸੀਂ ਇਸ ਗੱਲ ਨੂੰ ਅੱਜ ਸੈਲੀਬ੍ਰੇਟ ਕਰੋਗੇ ਆਪਣੀ ਲਾਈਫ ਦੇ ਵਿੱਚ, ਮੈਂ ਤੁਹਾਨੂੰ ਕੋਈ ਟੂਣਾ ਟੋਟਕਾ ਨਹੀਂ ਕਹਿ ਰਹੀ, ਪਰ ਮੈਂ ਪਰਮੇਸ਼ਵਰ ਦੀ ਮਹਿਮਾ ਕਰਨ ਲਈ ਕਹਿ ਰਹੀ ਹਾਂ। ਅਗਰ ਤੁਸੀਂ ਅੱਜ ਇਸ ਗੱਲ ਨੂੰ ਸੈਲੀਬ੍ਰੇਟ ਕਰੋ, ਸਗੋਂ ਐਨੀ ਟਾਈਮ ਯੂ ਕੈਨ ਸੈਲੀਬ੍ਰੇਟ ਦਿਸ, ਕਿ ਤੁਸੀਂ ਕਿਸੇ ਵੀ ਵੇਲੇ ਇਹਨੂੰ ਸੈਲੀਬ੍ਰੇਟ ਕਰ ਸਕਦੇ ਆ ਕਿ ਪਰਮੇਸ਼ਵਰ ਮੇਰੇ ਨਾਲ ਆ। ਮੈਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਹੀ ਹਾਂ। ਜਿਵੇਂ ਮੈਂ ਕਿੰਨੇ ਵਾਰੀ ਦੇਖਿਆ ਆ ਬਈ, ਸੌਰੀ, ਜਦੋਂ ਕੋਈ ਜਣਾ ਸਾਡੇ ਘਰ ਦੇ ਵਿੱਚ ਆਉਂਦਾ ਆ ਤੇ ਅਸੀਂ ਉਹਦੇ ਵੈਲਕਮ ਦੇ ਵਿੱਚ ਕੇਕ ਕੱਟਦੇ ਆ ਵੀ ਤੁਸੀਂ ਸਾਡੇ ਨਾਲ ਆਏ, ਸਾਡੀ ਖੁਸ਼ੀ ਦਾ ਹਿੱਸਾ ਬਣੇ। ਜਾਂ ਕਿਸੇ ਦਾ ਅਸੀਂ ਜਨਮ ਦਿਨ ਸੈਲੀਬ੍ਰੇਟ ਕਰਦੇ ਆ, ਜਾਂ ਕੋਈ ਬਹੁਤ ਉਤਸਵ ਵਾਲੀ ਗੱਲ ਆ, ਖੁਸ਼ੀ ਵਾਲੀ ਗੱਲ ਆ, ਤੇ ਅਸੀਂ ਉਹਨੂੰ ਸੈਲੀਬ੍ਰੇਟ ਕਰ ਰਹੇ, ਉਤਸਵ ਮਨਾਉਂਦੇ ਆ ਅਸੀਂ ਉਸ ਚੀਜ਼ ਦਾ। ਮੈਂ ਕਹਿੰਦੀ ਇਹ ਖੁਸ਼ੀ ਉਹਨਾਂ ਸਾਰੀਆਂ ਖੁਸ਼ੀਆਂ ਦੇ ਨਾਲੋਂ ਵੱਡੀ ਆ, ਉਹਨਾਂ ਸਾਰੀਆਂ ਖੁਸ਼ੀਆਂ ਦੇ ਨਾਲੋਂ ਨਿਰਾਲੀ ਖੁਸ਼ੀ ਆ ਕਿ ਪਰਮੇਸ਼ਵਰ ਸਾਡੇ ਨਾਲ ਆ। ਅੱਜ ਮੇਰਾ ਪਰਮੇਸ਼ਵਰ ਮੇਰੇ ਨਾਲ ਆ, ਇਸ ਵੇਲੇ ਮੇਰਾ ਪਰਮੇਸ਼ਵਰ ਮੇਰੇ ਨਾਲ ਆ, ਅਰੇ ਮੇਰਾ ਪਰਮੇਸ਼ਵਰ ਮੇਰੇ ਘਰ ਦੇ ਵਿੱਚ ਆ। ਸੋ ਜਿਹਦੇ ਘਰ ਦੇ ਵਿੱਚ ਪਰਮੇਸ਼ਵਰ ਆ ਜਾਏ, ਜਿਹਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਆ ਜਾਏ, ਜਿਹਦੇ ਮਨ ਦੇ ਅੰਦਰ ਪਰਮੇਸ਼ਵਰ ਆ ਜਾਏ, ਉਹਨੂੰ ਜ਼ਿੰਦਗੀ 'ਚ ਕਦੀ ਕਿਸੇ ਚੀਜ਼ ਦੀ ਥੋੜ ਰਹਿ ਸਕਦੀ? ਕਦੀ ਵੀ ਨਹੀਂ। ਜਿਹਦਾ ਰਿਸ਼ਤਾ ਬਾਦਸ਼ਾਹ ਦੇ ਨਾਲ ਹੋ ਜਾਏ, ਉਹ ਕਿੱਦਾਂ ਭੁੱਖਾ ਰਹਿ ਸਕਦਾ ਆ? ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਦੇਖੋ ਇਹ ਕਿੰਨੀ ਖੁਸ਼ੀ ਦੀ ਗੱਲ ਆ। ਔਰ ਇਹ ਚੀਜ਼ ਸਾਨੂੰ ਪਵਿੱਤਰ ਵਚਨ ਸਿਖਾਉਂਦਾ ਆ, ਪਵਿੱਤਰ ਵਚਨ ਸਾਨੂੰ ਡਿਕਲੇਅਰ ਕਰਦਾ ਆ ਕਿ ਪਰਮੇਸ਼ਵਰ ਸਾਡੇ ਅੰਗ ਸੰਗ ਆ। ਹਾਲੇਲੂਇਆ। ਉਹਨਾਂ ਦੇ ਜਿਹੜੇ ਪਰਮੇਸ਼ਵਰ ਦੇ ਲਈ ਭੁੱਖੇ ਤੇ ਪਿਆਸੇ ਆ, ਉਹਨਾਂ ਦੇ ਲਈ ਜਿਹੜੇ ਪਰਮੇਸ਼ਵਰ ਦੀ ਰਾਹ ਤੱਕਦੇ ਆ, ਉਹਨਾਂ ਦੇ ਲਈ ਜਿਹੜੇ ਚਾਹੁੰਦੇ ਆ ਪਰਮੇਸ਼ਵਰ ਉਹਨਾਂ ਦੇ ਨਾਲ ਰਹੇ, ਉਹਨਾਂ ਦੇ ਲਈ ਜਿਨ੍ਹਾਂ ਨੇ ਆਪਣੀਆਂ ਅੱਖਾਂ ਪਰਮੇਸ਼ਵਰ ਵੱਲ ਨੂੰ ਲਗਾਈਆਂ ਹੈ। ਹਾਲੇਲੂਇਆ। ਵਚਨ 'ਚ ਲਿਖਿਆ, ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ, ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਧੀਆਂ ਤੇ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਵਾਓ। ਜਿਨ੍ਹਾਂ ਨੇ ਉਹਨੂੰ ਕਬੂਲ ਕਰ ਲਿਆ ਕਿ ਉਹ ਪਰਮੇਸ਼ਵਰ ਆ, ਜਿਨ੍ਹਾਂ ਨੇ ਕਬੂਲ ਕਰ ਲਿਆ ਕਿ ਉਹੀ ਸਰਵ ਸ਼ਕਤੀਮਾਨ ਆ, ਉਹੀ ਸਭ ਕੁਝ ਕਰਨ ਦੇ ਲਈ ਸਾਮਰਥ ਆ, ਜਿਨ੍ਹਾਂ ਨੇ ਕਬੂਲ ਕਰ ਲਿਆ ਕਿ ਇਹ ਪੂਰੀ ਯੂਨੀਵਰਸ ਉਹਦੇ ਦੁਆਰਾ ਰਚੀ ਹੋਈ ਆ, ਉਹਦੇ ਦੁਆਰਾ ਬਣਾਈ ਹੋਈ ਆ, ਜਿਨ੍ਹਾਂ ਨੇ ਕਬੂਲ ਕਰ ਲਿਆ ਕਿ ਉਹ ਨਿਆਈ ਪਰਮੇਸ਼ਵਰ ਆ, ਜਿਨ੍ਹਾਂ ਨੇ ਕਬੂਲ ਕਰ ਲਿਆ ਕਿ ਉਹਦੇ ਬਿਨਾ ਹੋਰ ਕੋਈ ਪਰਮੇਸ਼ਵਰ ਨਹੀਂ ਆ। ਵਚਨ 'ਚ ਲਿਖਿਆ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਧੀਆਂ ਤੇ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਹਾਲੇਲੂਇਆ।
ਸੋ ਆਪਾਂ ਜੇ ਮੱਤੀ ਦੀ ਕਿਤਾਬ ਉਹਦੀ 28 ਦੀ 20 ਦੇ ਵਿੱਚ ਦੇਖੀਏ, ਮੈਂ ਸ਼ਾਰਟਕਟ ਦੇ ਵਿੱਚ ਹੀ ਦੱਸਾਂਗੀ, ਤੁਸੀਂ ਆਪਣੇ ਘਰਾਂ ਦੇ ਵਿੱਚ ਤੁਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹ ਲਿਓ। ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਹਮੇਸ਼ਾ ਤੁਹਾਡੇ ਨਾਲ ਹੋਵਾਂਗਾ ਇੱਥੋਂ ਤੱਕ ਕਿ ਯੁੱਗ ਦੇ ਅੰਤ ਤੀਕਰ। ਸੋ ਪ੍ਰਭੂ ਯਿਸੂ ਮਸੀਹ ਜੀ ਨੇ ਕਹਿ ਦਿੱਤਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹੋਵਾਂਗਾ ਇੱਥੋਂ ਤੱਕ ਕਿ ਯੁੱਗ ਦੇ ਅੰਤ ਤੀਕਰ, ਜਦੋਂ ਤੱਕ ਸਮਿਆਂ ਦੀ ਸਮਾਪਤੀ ਨਹੀਂ ਹੋ ਜਾਂਦੀ, ਜਦੋਂ ਤੱਕ ਸੰਸਾਰ ਦੀ ਸਮਾਪਤੀ ਨਹੀਂ ਹੋ ਜਾਂਦੀ, ਮੈਂ ਉਸ ਘੜੀ ਤੱਕ, ਉਸ ਪਲ ਤੱਕ, ਉਸ ਵੇਲੇ ਤੱਕ ਤੁਹਾਡੇ ਨਾਲ ਹੋਵਾਂਗਾ। ਹਾਲੇਲੂਇਆ। ਕਿੰਨੀ ਖੁਸ਼ੀ ਦੀ ਗੱਲ ਆ, ਕਿੰਨਾ ਵੱਡਾ ਪ੍ਰੋਮਿਸ ਆ। ਐਂਡ ਮਾਈ ਲਾਰਡ ਇਜ਼ ਪ੍ਰੋਮਿਸ ਕੀਪਰ ਗॉड। ਮੇਰਾ ਰੱਬ, ਮੇਰਾ ਪਰਮੇਸ਼ਵਰ ਜਿਹਦੇ ਉੱਤੇ ਮੈਂ ਭਰੋਸਾ ਰੱਖਦੀ ਆ, ਉਹ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਆ, ਜ਼ਮੀਨ ਤੇ ਅਸਮਾਨ ਆਪਣੀ ਜਗ੍ਹਾ ਤੋਂ ਟਲ ਸਕਦੀ ਆ, ਪਰ ਪਰਮੇਸ਼ਵਰ ਦੇ ਵਚਨ ਨਹੀਂ। ਪਰਮੇਸ਼ਵਰ ਦਾ ਇੱਕ ਵੀ ਵਚਨ ਨਹੀਂ ਟਲੂਗਾ। ਸੋ ਉਹ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਵਫਾਦਾਰ ਪਰਮੇਸ਼ਵਰ ਆ। ਅਸੀਂ ਵਾਅਦਾ ਕਰਦੇ ਤੇ ਭੁੱਲ ਜਾਂਦੇ, ਅਸੀਂ ਵਾਅਦਾ ਕਰਦੇ ਤੇ ਤੋੜਦੇ ਆ, ਐਕਸਕਿਊਜ਼ ਮੀ। ਪਰ ਸਾਡਾ ਪਰਮੇਸ਼ਵਰ ਉਹ ਨਹੀਂ ਆ ਜਿਹੜਾ ਭੁੱਲ ਜਾਏ, ਜਿਹੜਾ ਪ੍ਰੋਮਿਸ ਨੂੰ ਤੋੜ ਦੇ, ਵਾਅਦੇ ਨੂੰ ਤੋੜ ਦੇ। ਪਰ ਸਾਡਾ ਪਰਮੇਸ਼ਵਰ ਅਣਖੀ ਪਰਮੇਸ਼ਵਰ ਆ, ਉਹ ਜੋ ਕਹਿੰਦਾ ਆ ਉਹ ਕਰਦਾ ਆ। ਹਾਲੇਲੂਇਆ। ਔਰ ਸਾਨੂੰ ਇਸੇ ਚੀਜ਼ ਦੇ ਲਈ ਖੁਸ਼ੀ ਕਰਨ ਦੀ ਜ਼ਰੂਰਤ ਆ, ਇਸੇ ਚੀਜ਼ ਦੇ ਲਈ ਆਨੰਦ ਕਰਨ ਦੀ ਜ਼ਰੂਰਤ ਆ। ਔਰ ਜੇ ਪ੍ਰਭੂ ਯਿਸੂ ਮਸੀਹ ਜੀ ਨੇ ਕਹਿਤਾ, ਮੈਂ ਤੁਹਾਡੇ ਨਾਲ ਹੋਵਾਂਗਾ, ਮੈਂ ਹਮੇਸ਼ਾ ਤੁਹਾਡੇ ਨਾਲ ਹੋਵਾਂਗਾ ਇੱਥੋਂ ਤੱਕ ਕਿ ਯੁੱਗ ਦੇ ਅੰਤ ਤੀਕਰ ਤੁਹਾਡੇ ਨਾਲ ਹੋਵਾਂਗਾ, ਇਹਦਾ ਮਤਲਬ ਅੱਜ ਉਹ ਸਾਡੇ ਨਾਲ ਆ। ਉਦੋਂ ਤੱਕ ਉਹ ਸਾਡੇ ਨਾਲ ਆ ਜਦੋਂ ਤੱਕ ਇਹ ਦੁਨੀਆ ਚੱਲ ਰਹੀ ਆ। ਹਾਲੇਲੂਇਆ। ਉਹਨਾਂ ਦੇ ਲਈ ਨਹੀਂ ਜਿਹੜੇ ਉਹਦੇ 'ਚ ਵਿਸ਼ਵਾਸ ਨਹੀਂ ਕਰਦੇ, ਜਿਹੜੇ ਆਖੇ ਨਹੀਂ ਲੱਗਦੇ, ਪਰ ਉਹਨਾਂ ਦੇ ਲਈ, ਉਹਨਾਂ ਦੇ ਨਾਲ ਆ ਜਿਹੜੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦਿੰਦੇ ਆ, ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ, ਆਪਣੇ ਰੂਹ ਨੂੰ, ਜਿਸਮ ਨੂੰ, ਜਾਨ ਨੂੰ, ਆਪਣੀਆਂ ਸੋਚਾਂ ਨੂੰ, ਵਿਚਾਰਾਂ ਨੂੰ, ਖਿਆਲਾਂ ਨੂੰ, ਲਹੂ ਨੂੰ, ਮਾਸ ਨੂੰ, ਹੱਡੀਆਂ ਨੂੰ, ਜਿਨ੍ਹਾਂ ਨੇ ਪਰਮੇਸ਼ਵਰ ਦੇ ਸਪੁਰਦ ਕਰ ਦਿੱਤਾ ਆ, ਸਰੈਂਡਰ ਕਰ ਦਿੱਤਾ ਜਿਨ੍ਹਾਂ ਨੇ, ਉਹਨਾਂ ਦੇ ਨਾਲ ਆ। ਔਰ ਕਿਸ ਤਰੀਕੇ ਦੇ ਨਾਲ ਆ? ਪਵਿੱਤਰ ਆਤਮਾ ਦੇ ਰਾਹੀਂ। ਪਵਿੱਤਰ ਆਤਮਾ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਆ। ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਜੀ ਉਠਾਏ ਗਏ, ਮੌਤ ਉੱਤੇ ਫਤਿਹ ਪਾਉਣ ਦੇ ਬਾਅਦ 'ਚ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ, ਉਹਨਾਂ ਨੇ ਕਈ ਦਿਨਾਂ ਤੱਕ ਉਹ ਤੁਰਦੇ ਫਿਰਦੇ ਰਹੇ, ਖਾਂਦੇ ਪੀਂਦੇ ਰਹੇ, ਔਰ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਹੁਤ ਸਿੱਖਿਆ ਦਿੱਤੀ ਉਹਨਾਂ ਨੂੰ। ਤਾਂ ਵਚਨ ਦੇ ਵਿੱਚ ਲਿਖਿਆ ਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਉਠਾ ਲਏ ਗਏ ਤਾਂ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਮੈਂ ਯੁੱਗ ਦੇ ਅੰਤ ਤੀਕਰ ਤੁਹਾਡੇ ਨਾਲ ਹੋਊਂਗਾ। ਔਰ ਉਹਨਾਂ ਨੇ ਇਹ ਕਿਹਾ ਕਿ ਮੈਂ ਜਾਣਦਾ ਯਾਰ, ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਸਹਾਇਕ ਘੱਲੇਗਾ, ਜਿਹੜਾ ਸਭਨਾ ਗੱਲਾਂ ਦੇ ਵਿਖੇ ਤੁਹਾਡੀ ਅਗਵਾਈ ਕਰੇਗਾ, ਔਰ ਉਹ ਤੁਹਾਡੇ ਨਾਲ ਹੋਏਗਾ। ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹ ਪਾਕ ਰੂਹ ਦੇ ਦੁਆਰਾ ਸਾਡੇ ਨਾਲ ਆ। ਯਿਸੂ ਮਸੀਹ ਜੀ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਨਾਲ ਆ। ਔਰ ਪਵਿੱਤਰ ਵਚਨ ਦੇ ਵਿੱਚ ਲਿਖਿਆ ਆ ਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਜਿਹੜਾ ਦੇਹ ਆ, ਜਿਹੜਾ ਤੁਹਾਡਾ ਸਰੀਰ ਆ, ਯੋਰ ਬੋਡੀ ਇਜ਼ ਅ ਲਿਵਿੰਗ ਟੈਂਪਲ ਆਫ ਗॉड, ਕਿ ਤੁਹਾਡਾ ਜਿਹੜਾ ਬਦਨ ਆ ਉਹ ਪਰਮੇਸ਼ਵਰ ਦੇ ਰਹਿਣ ਦਾ ਜਿੰਦਾ ਮੰਦਰ ਆ। ਸੋ ਅਸੀਂ ਪਰਮੇਸ਼ਵਰ ਦੇ ਰਹਿਣ ਦਾ ਮੰਦਰ ਆ। ਕਿੱਦਾਂ? ਪਾਕ ਰੂਹ ਦੇ ਦੁਆਰਾ। ਜਦੋਂ ਅਸੀਂ ਪਰਮੇਸ਼ਵਰ ਦੇ ਲਈ ਚਾਹਤ ਰੱਖਦੇ ਆ, ਮੰਗਦੇ ਆ ਕਿ ਪ੍ਰਭੂ ਸਾਡੇ ਨਾਲ ਰਹੇ, ਤਾਂ ਫਿਰ ਪਾਕ ਰੂਹ ਦੇ ਦੁਆਰਾ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਸਾਡੇ ਅੰਦਰ ਵਾਸ ਕਰਦੇ ਆ। ਔਰ ਸਾਡੇ ਅੰਦਰ ਇੱਕ ਧੀਮੀ ਆਵਾਜ਼ ਦੇ ਰਾਹੀਂ ਉਹ ਸਾਡੇ ਨਾਲ ਗੱਲ ਕਰਦੇ ਆ। ਹਾਲੇਲੂਇਆ। ਸੋ ਅਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ ਆ। ਅਰੇ ਜੇ ਅਸੀਂ ਓਲਡ ਟੈਸਟਾਮੈਂਟ ਦੇ ਵਿੱਚ ਦੇਖੀਏ, ਤਾਂ ਇਦਾਂ ਨਹੀਂ ਹੈ ਕਿ ਨਿਊ ਟੈਸਟਾਮੈਂਟ ਦੇ ਹੀ ਇਹ ਪ੍ਰੋਮਿਸ ਆ। ਮੈਂ ਆਲਵੇਜ਼ ਲਾਈਕ ਕਰਦੀ ਹਾਂ ਕਿ ਮੈਂ ਜਦੋਂ ਵੀ ਗੱਲ ਕਰਾਂ ਤਾਂ ਨਿਊ ਟੈਸਟਾਮੈਂਟ ਐਂਡ ਓਲਡ ਟੈਸਟਾਮੈਂਟ ਦੋਨੋਂ ਦੀ ਗੱਲ ਕਰਾਂ, ਕਿਉਂਕਿ ਪਰਮੇਸ਼ਵਰ ਦਾ ਆਤਮਾ ਨਾ ਬਦਲਣ ਵਾਲਾ ਆਤਮਾ ਆ। ਪਰਮੇਸ਼ਵਰ ਦਾ ਆਤਮਾ ਆਲਵੇਜ਼ ਸੇਮ ਆ, ਕਿਉਂਕਿ ਵਚਨ ਦੇ ਵਿੱਚ ਲਿਖਿਆ ਉਹ ਕੱਲ, ਅੱਜ ਤੇ ਯੁੱਗ ਦੇ ਅੰਤ ਤੀਕਰ ਇੱਕੋ ਜਿਹਾ ਪਰਮੇਸ਼ਵਰ ਆ। ਹਾਲੇਲੂਇਆ। ਸੋ ਆਪਾਂ ਜੇ ਦੇਖਦੇ ਹਾਂ ਯਹੋਸ਼ੂਆ ਦੀ ਕਿਤਾਬ, ਉਹਦਾ ਫਸਟ ਚੈਪਟਰ, ਉਹਦੀ 9 ਨੰਬਰ ਵਰਸ ਦੇ ਵਿੱਚ ਤੁਸੀਂ ਦੇਖੋਗੇ, ਉੱਥੇ ਲਿਖਿਆ ਆ, ਤਕੜਾ ਹੋ, ਹੌਸਲਾ ਰੱਖ, ਨਾ ਡਰ, ਨਾ ਘਾਬਰ,
ਉਹ ਤੇਰਾ ਪਰਮੇਸ਼ਵਰ ਜਿੱਥੇ ਵੀ ਤੂੰ ਜਾਏ ਤੇਰੇ ਨਾਲ ਹੋਊਗਾ। ਹਾਲੇਲੂਇਆ, ਤੇਰੇ ਨਾਲ ਰਹੂਗਾ। ਤੁਸੀਂ ਉਹਨੂੰ ਆਪਣੇ ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹਿਓ, ਐਗਜ਼ੈਕਟ ਤੁਹਾਨੂੰ ਵਰਡਸ ਉੱਥੋਂ ਮਿਲ ਜਾਣਗੇ। ਮੈਂ ਜਸਟ ਥੋੜਾ ਜਿਹਾ ਰੈਫਰੈਂਸ ਲਿਆ ਆ। ਤਾਂ ਓਲਡ ਟੈਸਟਾਮੈਂਟ ਦੇ ਵਿੱਚ ਵੀ ਲਿਖਿਆ, ਤੂੰ ਡਰ ਨਾ, ਤੂੰ ਘਬਰਾ ਨਾ, ਤੂੰ ਹਿੰਮਤ ਰੱਖ, ਤੂੰ ਦਲੇਰੀ ਰੱਖ, ਤਕੜਾ ਹੋ, ਹੌਸਲਾ ਰੱਖ। ਤੂੰ ਜਿੱਥੇ ਵੀ ਜਾਵੇਂਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਜਾਊਗਾ, ਤੇਰਾ ਪਰਮੇਸ਼ਵਰ ਤੇਰੇ ਅੰਗ ਸੰਗ ਹੋਊਗਾ, ਤੇਰੇ ਨਾਲ ਰਹੇਗਾ। ਸੋ ਇਹ ਕੋਈ ਛੋਟੀ ਗੱਲ ਨਹੀਂ ਹੈ, ਕੋਈ ਛੋਟਾ ਪ੍ਰੋਮਿਸ ਨਹੀਂ ਹੈ ਜਿਹੜਾ ਸਾਡੇ ਨਾਲ ਕੀਤਾ ਗਿਆ ਆ ਓਲਡ ਟੈਸਟਾਮੈਂਟ ਦੇ ਵਿੱਚ, ਨਿਊ ਟੈਸਟਾਮੈਂਟ ਦੇ ਵਿੱਚ। ਪਰਮੇਸ਼ਵਰ ਦੇ ਵਫਾਦਾਰ ਲੋਕਾਂ ਦੇ ਜੀਵਨ ਦੇ ਰਾਹੀਂ ਅਸੀਂ ਉਸ ਪ੍ਰੋਮਿਸ ਨੂੰ ਆਪਣੇ ਜੀਵਨ ਦੇ ਵਿੱਚ ਲੈਂਦੇ ਆ। ਕਿਉਂਕਿ ਬਹੁਤ ਸਾਰੇ ਕਹਿਣਗੇ ਇਹ ਤਾਂ ਜੀ ਫਲਾਣੇ ਦੇ ਲਈ ਉੱਥੇ ਕਿਹਾ ਗਿਆ ਸੀ, ਇਹ ਤਾਂ ਉਹਦੇ ਲਈ ਕਿਹਾ ਗਿਆ ਸੀ। ਫਿਰ ਤਾਂ ਸਾਰੇ ਸਕ੍ਰਿਪਚਰ ਜਿੰਨੇ ਆ ਬਾਈਬਲ ਦੇ ਉਹ ਕਿਸੇ ਹੋਰ ਦੇ ਨਾਲ ਗੱਲ ਕੀਤੀ ਜਾ ਰਹੀ, ਤਾਂ ਤੁਸੀਂ ਕਿਹੜੇ ਸਕ੍ਰਿਪਚਰ ਨੂੰ ਆਪਣੇ ਲਈ ਲਓਗੇ? ਪਰ ਤੁਸੀਂ ਉਹਨਾਂ ਹੀ ਚੀਜ਼ਾਂ ਨੂੰ, ਕਿਉਂਕਿ ਅੱਜ ਉਹ ਵਚਨ ਤੁਹਾਡੇ ਨਾਲ ਗੱਲ ਕਰ ਰਿਹਾ, ਇਸ ਲਈ ਉਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਆ। ਹਾਲੇਲੂਇਆ। ਉਹੀ ਪਾਪ ਜਿਹੜੇ ਉਸ ਵੇਲੇ ਪਰਮੇਸ਼ਵਰ ਨਹੀਂ ਚਾਹੁੰਦੇ ਸੀਗੇ ਕਿ ਲੋਕ ਕਰਨ, ਉਹੀ ਪਾਪ ਪਰਮੇਸ਼ਵਰ ਅੱਜ ਵੀ ਨਹੀਂ ਚਾਹੁੰਦੇ ਕਿ ਅਸੀਂ ਕਰੀਏ। ਬੇਸ਼ੱਕ ਅਸੀਂ ਇੱਕ ਮਾਡਰਨ ਯੁੱਗ ਦੇ ਵਿੱਚ ਹਾਂ, ਬੇਸ਼ੱਕ ਅਸੀਂ ਕੁਝ ਵੀ ਹਾਂ, ਤਾਂ ਉਹ ਕੱਲ ਅੱਜ ਤੇ ਯੁੱਗ ਦੇ ਅੰਤ ਤੱਕ ਇੱਕੋ ਜਿਹਾ ਪਰਮੇਸ਼ਵਰ ਆ। ਪਰ ਹੁਣ ਇੱਕ ਹੋਰ ਚੀਜ਼ ਆ ਕਿ ਅੱਜ ਸਾਨੂੰ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਕਿਉਂ ਨਹੀਂ ਨਜ਼ਰ ਆ ਰਹੇ? ਕਿਉਂ ਐਮਟੀਨੈਸ ਆ, ਕਿਉਂ ਡਰਾਈਨੈਸ ਆ, ਕਿਉਂ ਖਾਲੀਪਨ ਆ, ਕਿਉਂ ਇੱਕ ਰੁੱਖਾ ਜਿਹਾ ਜੀਵਨ ਲੱਗਦਾ ਆ? ਕੀ ਗੱਲ ਹੈ ਕਿ ਪਰਮੇਸ਼ਵਰ ਦੀ ਹੋਂਦ ਸਾਨੂੰ ਨਜ਼ਰ ਨਹੀਂ ਆਉਂਦੀ? ਤਾਂ ਮੈਂ ਦੇਖਦੀ ਹਾਂ ਨਿੱਜੀ ਤੌਰ ਤੇ ਕਿ ਬਹੁਤ ਵਾਰੀ ਅਸੀਂ ਚਾਹੁੰਦੇ ਹੀ ਨਹੀਂ ਕਿ ਪਰਮੇਸ਼ਵਰ ਸਾਡੇ ਅੰਗ ਸੰਗ ਹੋਏ। ਕਿਉਂਕਿ ਜਿੱਥੇ ਤੁਸੀਂ ਚੁਗਲੀਆਂ ਕਰਨ ਬੈਠਣੀਆਂ ਆ, ਅਗਰ ਤੁਸੀਂ ਉੱਥੇ ਸੋਚੋ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ, ਫਿਰ ਤੁਸੀਂ ਚੁਗਲੀਆਂ ਨਹੀਂ ਕਰ ਪਾਉਣੀਆਂ, ਹਨਾ। ਜਿੱਥੇ ਤੁਸੀਂ ਰਿਸ਼ਵਤ ਲੈਣੀ, ਤੁਸੀਂ ਉੱਥੇ ਵੀ ਨਹੀਂ ਚਾਹੋਗੇ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ। ਜਿੱਥੇ ਤੁਸੀਂ ਗੰਦੀ ਨਜ਼ਰ ਦੇ ਨਾਲ ਕਿਸੇ ਨੂੰ ਦੇਖਣਾ, ਉੱਥੇ ਵੀ ਨਹੀਂ ਤੁਸੀਂ ਚਾਹੋਗੇ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ। ਜਿੱਥੇ ਤੁਸੀਂ ਬੈਠ ਕੇ ਦਾਰੂ ਪੀਣੀ, ਤੁਸੀਂ ਉੱਥੇ ਵੀ ਨਹੀਂ ਚਾਹੋਗੇ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ। ਵਿਭਚਾਰ ਵਾਲੇ ਕਿਸੇ ਕੰਮ 'ਚ ਨਹੀਂ ਤੁਸੀਂ ਚਾਹੋਗੇ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ। ਜਦੋਂ ਤੁਸੀਂ ਇੰਟਰਨੈਟ ਦੇ ਉੱਤੇ ਗਲਤ ਚੀਜ਼ਾਂ ਦੇਖਣੀਆਂ, ਤੁਸੀਂ ਉੱਥੇ ਨਹੀਂ ਚਾਹੋਗੇ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ। ਜਦੋਂ ਤੁਸੀਂ ਝੂਠ ਬੋਲਣਾ, ਤੁਸੀਂ ਉਦੋਂ ਨਹੀਂ ਚਾਹੋਗੇ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ। ਤਾਂ ਬਹੁਤ ਥੋੜੇ ਕੰਮ ਬਾਕੀ ਬਚੇ ਆ ਜਿੱਥੇ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਏ। ਤੁਸੀਂ ਚਾਹੁੰਦੇ ਆ ਕਿ ਜਿਸ ਵੇਲੇ ਤੁਸੀਂ ਸਮੱਸਿਆ ਦੇ ਵਿੱਚ ਹੋਵੋ, ਉਸ ਵੇਲੇ ਪਰਮੇਸ਼ਵਰ ਤੁਹਾਡੇ ਨਾਲ ਹੋਣ। ਪਰ ਜਿੱਥੇ ਤੁਸੀਂ ਇੱਕ ਕੰਫਰਟੇਬਲ ਲਾਈਫ ਦੇ ਵਿੱਚ ਆ, ਤੁਸੀਂ ਸਿਨੇਮੇ ਦੇ ਵਿੱਚ ਬੈਠੇ ਆ, ਤੁਸੀਂ ਪੱਬ 'ਚ ਬੈਠੇ, ਕਲੱਬ ਵਿੱਚ ਬੈਠੇ, ਤੁਸੀਂ ਰੈਸਟੋਰੈਂਟ ਦੇ ਵਿੱਚ ਬੈਠੇ, ਉੱਥੇ ਪਰਮੇਸ਼ਵਰ ਬੇਸ਼ੱਕ ਤੁਹਾਡੇ ਨਾਲ ਨਾ ਹੋਏ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਪਰਮੇਸ਼ਵਰ ਤੁਹਾਡੇ ਨਾਲ ਆ ਕਿ ਨਹੀਂ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਗਰਲਫ੍ਰੈਂਡ ਦੇ ਨਾਲ ਜਾਂ ਬॉयਫ੍ਰੈਂਡ ਦੇ ਨਾਲ ਆ, ਉਦੋਂ ਤੁਸੀਂ ਯਾਦ ਵੀ ਨਹੀਂ ਕਰਦੇ ਕਿ ਪਰਮੇਸ਼ਵਰ ਸਾਡੇ ਨਾਲ ਹੋਏ ਜਾਂ ਨਾ ਹੋਏ। ਤਾਂ ਫਿਰ ਤੁਸੀਂ ਆਪਸ਼ਨਲ ਚਾਹੁੰਦੇ ਆ। ਦੈਟਸ ਵਾਈ ਤੁਸੀਂ ਆਪਣੀ ਲਾਈਫ ਦੇ ਵਿੱਚ ਇੱਕ ਵੀ ਟਾਈਮ ਤੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਫੀਲ ਨਹੀਂ ਕਰ ਪਾਉਂਦੇ। ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਫੀਲ ਕਰਨਾ ਚਾਹੁੰਦੇ ਆ, ਤਾਂ ਫਿਰ ਤੁਸੀਂ ਆਪਸ਼ਨਲ ਨਹੀਂ ਰੱਖ ਸਕਦੇ। ਤੁਸੀਂ ਇਦਾਂ ਨਹੀਂ ਕਰ ਸਕਦੇ ਕਿ ਇੱਕ ਟਾਈਮ ਪਰਮੇਸ਼ਵਰ ਤੁਹਾਡੇ ਨਾਲ ਹੋਣ ਤੇ ਦੂਸਰੇ ਟਾਈਮ ਪਰਮੇਸ਼ਵਰ ਤੁਹਾਡੇ ਨਾਲ ਨਾ ਹੋਣ। ਹਾਲੇਲੂਇਆ। ਜਾਂ ਤਾਂ ਤੁਹਾਨੂੰ ਆਲ ਦਾ ਟਾਈਮ ਪਰਮੇਸ਼ਵਰ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਲੈਣੀ ਪੈਣੀ ਹੈ, ਤੇ ਜਾਂ ਫਿਰ ਤੁਸੀਂ ਹਮੇਸ਼ਾ ਦੇ ਲਈ ਉਸ ਪ੍ਰੈਜ਼ੈਂਸ ਤੋਂ ਜਿਹੜਾ ਆ ਉਹ ਬਾਹਰ ਹੋ ਜਾਓਗੇ। ਸੋ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ ਹੈ ਕਿ ਤੁਸੀਂ ਕਿਸ ਟਾਈਮ ਤੇ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਨੂੰ ਪਰਮਾਨੈਂਟਲੀ ਲੈਣਾ ਆ ਜਾਂ ਤੁਸੀਂ ਨਹੀਂ ਲੈਣਾ। ਹੁਣ ਦੋਨੋਂ ਆਪਸ਼ਨ ਦੇ ਵਿੱਚੋਂ ਪ੍ਰੋਪਰ ਤਰੀਕੇ ਨਾਲ ਇੱਕੋ ਹੀ ਕੰਮ ਕਰਨੀ ਇਦਾਂ ਨਹੀਂ ਆ ਕਿ ਉਹ ਕਦੀ ਤੁਹਾਨੂੰ ਫੜ ਲੇ, ਕਦੀ ਛੱਡ ਦੇ, ਕਦੀ ਫੜ ਲੇ, ਕਦੀ ਛੱਡ ਲੇ। ਉਹ ਕੋਈ ਬੱਚਾ ਨਹੀਂ ਆ, ਕੋਈ ਮਜ਼ਾਕ ਦੀ ਚੀਜ਼ ਨਹੀਂ ਆ, ਔਰ ਉਹ ਤੁਹਾਡਾ ਗੁਲਾਮ ਨਹੀਂ ਆ। ਯਾਦ ਰੱਖੋ ਕਿ ਪਰਮੇਸ਼ਵਰ ਸਾਡਾ ਗੁਲਾਮ ਨਹੀਂ ਆ। ਉਹ ਰਾਜਿਆਂ ਦਾ ਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ, ਸ਼ਹਿਨਸ਼ਾਹ ਪਰਮੇਸ਼ਵਰ ਆ। ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਜੀ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਨਜ਼ਰ ਆਉਣ, ਉਹਦੀ ਪ੍ਰੈਜ਼ੈਂਸ ਪਰਮੇਸ਼ਵਰ ਜੀ ਦੀ ਤੁਹਾਨੂੰ ਨਜ਼ਰ ਆਏ, ਪਾਕ ਰੂਹ ਦੀ ਹਜ਼ੂਰੀ ਤੁਹਾਨੂੰ ਮਹਿਸੂਸ ਹੋਏ, ਤਾਂ ਫਿਰ ਤੁਹਾਨੂੰ ਹਰ ਵੇਲੇ ਕਹਿਣਾ ਹੀ ਪਊਗਾ ਕਿ ਪਰਮੇਸ਼ਵਰ ਮੇਰੇ ਅੰਗ ਸੰਗ ਹੋਏ। ਜਦੋਂ ਜੌਬ ਤੇ ਜਾਣਾ, ਤੁਸੀਂ ਕਹੋ ਚਲੋ ਪ੍ਰਭੂ ਜੀ ਮੇਰੇ ਨਾਲ ਚਲੋ। ਤੁਸੀਂ ਕਦੀ ਕਹਿੰਦੇ ਇਦਾਂ? ਜੇ ਤੁਸੀਂ ਕਹਿੰਦੇ ਆ, ਸੱਚੀ ਤੁਸੀਂ ਧੰਨ ਮੁਬਾਰਕ ਲੋਕ ਆ। ਪਰ ਜੇ ਤੁਸੀਂ ਨਹੀਂ ਕਹਿੰਦੇ,
ਤਾਂ ਹੀ ਤਾਂ ਉਹ ਤੁਹਾਡੇ ਨਾਲ ਨਹੀਂ ਆ। ਵਚਨ 'ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ। ਅਸੀਂ ਤਾਂ ਆਲਵੇਜ਼ ਇਹ ਵਰਡਸ ਉਦੋਂ ਹੀ ਬੋਲਦੇ ਆ ਕਿ ਜਦੋਂ ਉਹਦੇ 'ਚ ਡਰਮੀ 'ਚ ਆਟਾ ਨਾ ਹੋਵੇ ਤਾਂ ਅਸੀਂ ਕਹੀਏ ਮੰਗੋ ਤੇ ਦਿੱਤਾ ਜਾਏਗਾ, ਪ੍ਰਭੂ ਮੈਨੂੰ ਆਟਾ ਦੇ ਦਿਓ। ਜੇਬ 'ਚ ਪੈਸੇ ਨਾ ਹੋਣ ਤਾਂ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਪ੍ਰਭੂ ਜੀ ਮੈਨੂੰ ਪੈਸੇ ਦੇ ਦਿਓ। ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਪ੍ਰਭੂ ਜੀ ਮੈਨੂੰ ਜੌਬ ਦੇ ਦਿਓ। ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਪ੍ਰਭੂ ਜੀ ਮੈਨੂੰ ਵੀਜ਼ਾ ਦੇ ਦਿਓ। ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਪ੍ਰਭੂ ਜੀ ਮੈਨੂੰ ਹੀਲਿੰਗ ਦੇ ਦਿਓ। ਕੀ ਇਹ ਵਰਡਸ ਉਦੋਂ ਨਹੀਂ ਟੁੱਕਦੀ? ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਪ੍ਰਭੂ ਮੈਨੂੰ ਆਪਣੀ ਪਾਕ ਹਜ਼ੂਰੀ ਦੇ ਦਿਓ, ਪ੍ਰਭੂ ਮੈਨੂੰ ਰੂਹ ਦੇ ਫਲ ਦੇ ਦਿਓ, ਪ੍ਰਭੂ ਮੈਨੂੰ ਆਤਮਾ ਦੇ ਵਰਦਾਨ ਦੇ ਦਿਓ। ਕੀ ਇਹ ਵਚਨ ਉਦੋਂ ਕੰਮ ਨਹੀਂ ਕਰੂਗਾ? ਬੇਸ਼ੱਕ ਕਰੂਗਾ। ਸ਼ਾਇਦ ਸਾਡੀਆਂ ਦੂਜੀਆਂ ਡਿਮਾਂਡਸ ਦੇ ਨਾਲੋਂ ਪਹਿਲਾਂ ਕਰੂਗਾ, ਜ਼ਿਆਦਾ ਕਰੂਗਾ। ਹਾਲੇਲੂਇਆ। ਇਸ ਲਈ ਸਾਨੂੰ ਜ਼ਰੂਰਤ ਆ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਮੰਗਣ ਦੀ। ਸਾਨੂੰ ਜ਼ਰੂਰਤ ਆ ਕਿ ਪਰਮੇਸ਼ਵਰ ਦੀ ਪ੍ਰੈਜ਼ੈਂਸ ਆਲ ਦਾ ਟਾਈਮ ਸਾਡੇ ਨਾਲ ਹੋਏ, ਤਾਂ ਜੋ ਜਦੋਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਸਾਡੇ ਨਾਲ ਹੋਏਗੀ ਅਸੀਂ ਪਾਪ ਤੋਂ ਬਚੇ ਰਵਾਂਗੇ। ਉਹਦੀ ਪ੍ਰੈਜ਼ੈਂਸ ਸਾਨੂੰ ਗੁਨਾਹ ਕਰਨ ਤੋਂ ਰੋਕੂਗੀ। ਉਹਦੀ ਪ੍ਰੈਜ਼ੈਂਸ ਸਾਨੂੰ ਹਰ ਜਗ੍ਹਾ ਤੇ ਫੇਵਰ ਦੇਗੀ। ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਸਫਲ ਹੋਵਾਂਗੇ। ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਗੁਨਾਹ ਤੋਂ ਬਚੇ ਰਵਾਂਗੇ। ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਆਨੰਦ ਦੇ ਵਿੱਚ ਬਣੇ ਰਵਾਂਗੇ। ਔਰ ਜੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਮਿਲ ਜਾਏ, ਹੋਰ ਕੀ ਬਾਕੀ ਰਹਿ ਜਾਏਗਾ? ਕੁਝ ਵੀ ਤੇ ਨਹੀਂ ਬਾਕੀ ਬਚੂਗਾ ਮੰਗਣ ਵਾਸਤੇ। ਤਾਂ ਇਸ ਲਈ ਤੁਸੀਂ ਖੁਦ ਜ਼ਿੰਮੇਵਾਰ ਆ ਕਿ ਪਰਮੇਸ਼ਵਰ ਦੀ ਪ੍ਰੈਜ਼ੈਂਸ ਅਗਰ ਤੁਹਾਡੇ ਜੀਵਨ ਦੇ ਵਿੱਚ ਨਹੀਂ ਆ ਤੇ ਕਿਉਂ ਨਹੀਂ ਆ। ਅਗਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਹੈ ਤਾਂ ਉਹਨੂੰ ਤੁਸੀਂ ਕਿੱਦਾਂ ਪ੍ਰਾਪਤ ਕੀਤਾ, ਤੁਸੀਂ ਆਪ ਉਸ ਚੀਜ਼ ਨੂੰ ਸਮਝ ਸਕਦੇ ਆ। ਤਾਂ ਮੈਂ ਤੁਹਾਨੂੰ ਅੱਜ ਇਹੀ ਰਿਕੁਐਸਟ ਕਰਾਂਗੀ, wherever you go, ਜਿੱਥੇ ਵੀ ਤੁਸੀਂ ਜਾਓ, ask to Lord come with me, ਕਹੋ ਪਰਮੇਸ਼ਵਰ ਨੂੰ ਕਿ ਮੇਰੇ ਨਾਲ ਆਓ। ਸੋ ਪਰਮੇਸ਼ਵਰ ਨੂੰ always ਕਹਿੰਦੇ ਰਹੋ ਕਿ ਪ੍ਰਭੂ ਜੀ ਚਲੋ ਮੇਰੇ ਨਾਲ। He is always with you, ਕਿਉਂਕਿ ਵਚਨ ਦੇ ਵਿੱਚ ਲਿਖਿਆ I will be with you wherever you go, ਮੈਂ ਤੇਰੇ ਨਾਲ ਹੋਵਾਂਗਾ ਜਿੱਥੇ ਵੀ ਤੂੰ ਜਾਏਗਾ। ਹਾਲੇਲੂਇਆ। ਔਰ ਨਿਊ ਟੈਸਟਾਮੈਂਟ ਦੇ ਵਿੱਚ ਆ ਕੇ ਤਾਂ ਜਦੋਂ ਫਰਿਸ਼ਤਾ ਮਾਤਾ ਮਰੀਅਮ ਦੇ ਕੋਲ ਆਇਆ, ਉਸ ਵੇਲੇ ਉਹ ਮਾਤਾ ਨਹੀਂ ਬਣੇ ਸੀਗੇ, ਤਾਂ ਉਹਨੇ ਪਾਕ ਕੁਆਰੀ ਮਰੀਅਮ ਨੂੰ ਕਿਹਾ ਤੂੰ ਇੱਕ ਪੁੱਤਰ ਜਣੇਗੀ ਜਿਹਦਾ ਨਾਮ ਇਮੈਨੂਅਲ ਹੋਊਗਾ, ਜਿਹਦਾ ਮਤਲਬ ਆ ਪਰਮੇਸ਼ਵਰ ਸਾਡੇ ਸੰਗ ਆ। ਹਾਲੇਲੂਇਆ। ਸੋ ਉਹਦਾ ਨੇਮ ਹੀ ਇਹ ਦੱਸਦਾ ਆ, ਇਮੈਨੂਅਲ ਮੀਨਸ ਗॉड ਵਿਦ ਅਸ, ਪਰਮੇਸ਼ਵਰ ਸਾਡੇ ਨਾਲ ਆ। ਸੋ ਹੁਣ ਤੇ ਸਾਨੂੰ ਕੁਝ ਵੀ ਬਾਕੀ ਨਹੀਂ ਆ ਸਮਝਣ ਦੇ ਲਈ ਕਿ ਉਹਦਾ ਨਾਮ ਹੀ ਜਿਹੜਾ ਆ ਉਹ ਡਿਕਲੇਅਰ ਕਰਦਾ ਕਿ ਮੈਂ ਤੁਹਾਡੇ ਨਾਲ ਆ। ਉਹਨਾਂ ਦੇ ਲਈ ਜਿਨ੍ਹਾਂ ਦੇ ਮਨਾਂ ਦੇ ਅੰਦਰ ਇਹ ਭੁੱਖ ਤੇ ਪਿਆਸ ਆ ਕਿ ਪਰਮੇਸ਼ਵਰ ਸਾਡੇ ਨਾਲ ਹੋਏ, ਜਿਹੜੇ ਆਪਣੇ ਮੂੰਹ ਤੋਂ ਕਹਿਣ ਇਮੈਨੂਅਲ, ਪਰਮੇਸ਼ਵਰ ਸਾਡੇ ਨਾਲ ਆ। ਤੁਸੀਂ ਜੋ ਡਿਕਲੇਅਰ ਕਰੋਗੇ ਤੁਹਾਡੇ ਲਈ ਹੋ ਜਾਏਗਾ। ਪਰਮੇਸ਼ਵਰ ਨੇ ਤੁਹਾਡੇ ਮੂੰਹ ਦੇ ਵਿੱਚ ਸਾਮਰਥ ਪਾਈ ਆ। ਸੋ ਮੈਂ ਤਾਂ ਕਹਿੰਦੀ ਤੁਸੀਂ ਜਦੋਂ ਘਰੋਂ ਗੱਡੀ ਦੇ ਵਿੱਚ ਬਹਿੰਦੇ ਆ, ਤੁਸੀਂ ਕਹੋ ਪਰਮੇਸ਼ਵਰ ਮੇਰੇ ਨਾਲ ਆ, ਆਓ ਪ੍ਰਭੂ ਮੇਰੇ ਨਾਲ ਚੱਲੋ। ਦੇਖੋ ਜਦੋਂ ਤੁਸੀਂ ਗੱਡੀ ਦੇ ਵਿੱਚ ਪਰਮੇਸ਼ਵਰ ਤੁਹਾਡੇ ਨਾਲ ਆ, ਕਿੱਦਾਂ ਤੁਹਾਡਾ ਐਕਸੀਡੈਂਟ ਹੋ ਸਕਦਾ, ਕਿੱਦਾਂ ਤੁਹਾਡਾ ਕੋਈ ਨੁਕਸਾਨ ਹੋ ਸਕਦਾ। ਤੁਸੀਂ ਸ਼ਾਪਿੰਗ ਦੇ ਲਈ ਗਏ, ਗॉड ਇਜ਼ ਵਿਦ ਮੀ, ਆਓ ਪ੍ਰਭੂ ਸ਼ਾਪਿੰਗ ਕਰੀਏ। ਕਿੱਦਾਂ ਤੁਸੀਂ ਗਲਤ ਸ਼ਾਪਿੰਗ ਕਰੋਗੇ ਉਹ ਤੁਹਾਨੂੰ ਗਾਈਡ ਕਰੇਗਾ ਥਰੂ ਹਿਸ ਹੋਲੀ ਸਪਿਰਿਟ, ਪਾਕ ਰੂਹ ਦੇ ਦੁਆਰਾ। ਮੈਂ ਅੰਗਰੇਜ਼ੀ ਜ਼ਿਆਦਾ ਬੋਲਣ ਲੱਗੀ ਨਾ। ਐਕਚੁਅਲੀ ਕਿੰਨੇ ਭੈਣ ਭਰਾ ਆ ਜਿਹੜੇ ਬਾਹਰੋਂ ਦੇਖਦੇ ਹੋ, ਕਹਿੰਦੇ ਕੋਈ ਅੱਖਰ ਵਿੱਚ ਅੰਗਰੇਜ਼ੀ ਦਾ ਵੀ ਬੋਲ ਦਿਆ ਕਰੋ, ਫਿਰ ਸਾਨੂੰ ਸਮਝਣਾ ਜਿਹੜਾ ਆ ਉਹ ਸੌਖਾ ਹੋ ਜਾਂਦਾ ਆ। ਹਾਲੇਲੂਇਆ। ਵੈਸੇ ਮੈਂ ਪੰਜਾਬੀ ਵਾਲੀ ਭੈਣ ਜੀ ਆ। ਤਾਂ ਜਦੋਂ ਅਸੀਂ ਸ਼ਾਪਿੰਗ ਕਰਨ ਜਾਂਦੇ ਆ, ਅਸੀਂ ਉੱਥੇ ਕਹੀਏ ਕਿ ਪ੍ਰਭੂ ਤੁਸੀਂ ਮੇਰੇ ਨਾਲ ਆ, ਮੇਰੀ ਹੈਲਪ ਕਰੋ, ਪਵਿੱਤਰ ਆਤਮਾ ਜੀ ਮੈਨੂੰ ਗਾਈਡ ਕਰੋ, ਮੈਂ ਕੁਝ ਵੀ ਇਹੋ ਜਿਹੀ ਚੀਜ਼ ਨਾ ਲਵਾਂ ਜਿਹੜੀ ਮੇਰੇ ਲਈ ਜ਼ਰੂਰੀ ਨਹੀਂ ਆ। ਤੁਸੀਂ ਦੇਖਿਓ ਫਿਰ ਤੁਸੀਂ ਕੁਝ ਵੀ ਜਿਹੜਾ ਆ ਉਹ ਇਹੋ ਜਿਹੀ ਐਕਸਟਰਾ ਚੀਜ਼ ਨਹੀਂ ਲੈ ਕੇ ਆਉਣੀ ਜਿਹਦੀ ਤੁਹਾਨੂੰ ਜ਼ਰੂਰਤ ਨਹੀਂ ਆ। ਤੁਸੀਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਪੈਸਾ ਆ, ਜਿਹੜੀ ਉਹਨਾਂ ਦੀ ਬਰਕਤ ਆ, ਤੁਹਾਨੂੰ ਪਤਾ ਉਹ ਵੇਸਟ ਆਫ ਮਨੀ ਹੋ ਜਾਂਦੀ ਆ, ਉਹਦਾ ਫਜ਼ੂਲ ਖਰਚਾ ਹੋ ਜਾਂਦਾ ਆ, ਕਿਉਂਕਿ ਉਹ ਅਨਨੈਸੈਸਰਲੀ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ ਆ ਉਹਨਾਂ ਨੂੰ ਖਰੀਦਦੇ ਰਹਿੰਦੇ। ਵਾਧੂ ਸੂਟ ਖਰੀਦੀ ਜਾਣੇ, ਵਾਧੂ ਡਿਨਰ ਸੈੱਟ ਲਈ ਜਾਣੇ, ਵਾਧੂ ਚਾਦਰਾਂ ਖਰੀਦੀ ਜਾਓ, ਗੁਲਦਸਤੇ ਖਰੀਦੀ ਜਾਓ। ਉਹ ਚੀਜ਼ਾਂ ਜਿਹੜੀਆਂ ਜ਼ਰੂਰੀ ਨਹੀਂ ਆ ਪਰ ਉਹਦੀ ਜਗ੍ਹਾ ਤੇ ਪਹਿਲਾਂ ਹੀ ਹੁੰਦੀਆਂ ਆ, ਬਸ ਅੱਖਾਂ ਨੂੰ ਸੋਹਣੀਆਂ ਲੱਗੀਆਂ ਤੇ ਲੈ ਆਏ। ਤੇ ਉਹ ਜ਼ਰੂਰਤ ਦੀ ਜਗ੍ਹਾ ਤੇ ਖਰਚਣ ਲਈ ਫਿਰ ਕਈ ਵਾਰੀ ਪੈਸੇ ਘਟ ਜਾਂਦੇ ਆ। ਪਰ ਜਦੋਂ ਪਾਕ ਰੂਹ ਸਾਡੇ ਨਾਲ ਹੁੰਦਾ, ਉਹ ਕਹਿੰਦਾ ਸਟਾਪ,
ਸਟਾਪ। ਇਹ ਤਾਂ ਤੇਰੇ ਕੋਲੇ ਕਿੰਨਾ ਹੀ ਪਿਆ ਘਰੇ, ਰਹਿਣ ਦੇ। ਇਹ ਵੀ ਤੇਰੇ ਕੋਲ ਹੈਗਾ, ਰਹਿਣ ਦੇ। ਇਹ ਲੈ ਲਾ, ਇਹਦੀ ਤੈਨੂੰ ਬਹੁਤ ਜ਼ਰੂਰਤ ਆ। ਤੁਸੀਂ ਉਸ ਚੀਜ਼ ਨੂੰ, ਉਹ ਤੁਹਾਨੂੰ ਗਾਈਡ ਕਰਦਾ ਹੈ। ਮੈਂ ਬਹੁਤ ਈਜ਼ੀ ਵੇ ਦੇ ਨਾਲ ਟਰਾਈ ਕਰਦੀ, ਕਿਉਂਕਿ ਮੈਂ ਉਹੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਆਲਵੇਜ਼, ਜੋ ਮੈਂ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕਰਦੀ ਹਾਂ। ਔਰ ਤੁਸੀਂ ਜਦੋਂ ਆਪਣੀ ਰਿਸ਼ਤੇਦਾਰੀ ਵਿੱਚ ਜਾਂਦੇ, ਤੁਸੀਂ ਕਹੋ ਪ੍ਰਭੂ ਮੇਰੇ ਨਾਲ ਆ। ਆਓ ਪ੍ਰਭੂ ਮੇਰੀ ਰਿਸ਼ਤੇਦਾਰੀ ਦੇ ਵਿੱਚ ਵੀ, ਇਹ ਰਿਸ਼ਤੇਦਾਰ ਤੁਸੀਂ ਤਾਂ ਮੈਨੂੰ ਬਖਸ਼ੇ, ਤੁਹਾਡੇ ਦੁਆਰਾ ਹੀ ਤਾਂ ਮੇਰੇ ਰਿਸ਼ਤੇਦਾਰ ਬਣੇ ਆ, ਤਾਂ ਇੱਥੇ ਵੀ ਮੇਰੇ ਨਾਲ ਹੋਵੋ। ਤੁਸੀਂ ਦੇਖਿਓ ਉੱਥੇ ਵੀ ਤੁਹਾਡਾ ਬੋਲਬਾਲਾ ਹੋਊਗਾ, ਕਿਉਂਕਿ ਪਰਮੇਸ਼ਵਰ ਤੁਹਾਡੇ ਨਾਲ ਹੈ। ਤੁਸੀਂ ਕਿੱਦਾਂ ਉੱਥੇ ਕਿਸੇ ਗੱਲ 'ਚ ਹੀਣੇ ਪੈ ਸਕਦੇ? ਕਿੱਦਾਂ ਤੁਸੀਂ ਉੱਥੇ ਤੁਹਾਡਾ ਮਾਣ ਨਾ ਹੋਵੇ, ਤੁਹਾਡਾ ਬੋਲਬਾਲਾ ਨਾ ਹੋਵੇ? ਇਦਾਂ ਹੋ ਹੀ ਨਹੀਂ ਸਕਦਾ। ਜਿਹਦੇ ਨਾਲ ਪਰਮੇਸ਼ਵਰ ਆ ਉਹ ਤਾਂ ਸਦਾ ਹੀ ਉੱਚਾ ਕੀਤਾ ਜਾਂਦਾ ਆ। ਹਾਲੇਲੂਇਆ। ਸੋ ਮੈਂ ਅੰਡਰਸਟੈਂਡ ਕਰਦੀ ਹਾਂ, ਤੁਹਾਨੂੰ ਇਹ ਅੰਡਰਸਟੈਂਡ ਕਰਵਾਉਣਾ ਚਾਹੁੰਦੀ ਹਾਂ ਕਿ ਜੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਸਾਡੇ ਨਾਲ ਹੋਏ ਤਾਂ ਸਾਰਾ ਦਿਨ ਹੀ ਜਿਹੜਾ ਆ ਨਾ ਉਹ ਮੁਬਾਰਕ ਆ, ਹਰ ਪਲ ਮੁਬਾਰਕ ਆ, ਹਰ ਜਗ੍ਹਾ ਮੁਬਾਰਕ ਆ। ਫਿਰ ਕਿਸੇ ਚੀਜ਼ ਦੀ ਕਮੀ ਨਹੀਂ, ਕਿਸੇ ਚੀਜ਼ ਦਾ ਘਾਟਾ ਨਹੀਂ। ਤੁਸੀਂ ਪਲੇਨ ਵਿੱਚ ਵੀ ਸਫ਼ਰ ਕਰਦੇ ਆ ਤੇ ਤੁਸੀਂ ਕਹੋ ਪਰਮੇਸ਼ਵਰ ਮੇਰੇ ਨਾਲ ਆ। God is with me, His presence is with me। ਮੈਂ ਉਹਦੀ ਪ੍ਰੈਜ਼ੈਂਸ ਨੂੰ ਫੀਲ ਕਰਦਾ। I can feel His presence। ਸੋ ਤੁਸੀਂ ਜਦੋਂ ਉਸ ਚੀਜ਼ ਨੂੰ ਐਕਸਰਸਾਈਜ਼ ਕਰੋਗੇ, ਤੁਸੀਂ ਰਿਅਲਾਈਜ਼ ਕਰੋਗੇ ਕਿ ਸੱਚੀ ਪਰਮੇਸ਼ਵਰ ਮੇਰੇ ਨਾਲ ਆ, ਔਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਮੇਰੇ ਨਾਲ ਆ। ਔਰ ਪਲੀਜ਼ ਜੋ ਪਰਮੇਸ਼ਵਰ ਦੇ ਮਨ ਦੀ ਇੱਛਾ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਮੇਸ਼ਵਰ all the time, everywhere ਤੁਹਾਡੇ ਨਾਲ ਰਹਿਣਾ ਚਾਹੁੰਦੇ ਆ। ਹਾਲੇਲੂਇਆ। ਸੋ ਪਰਮੇਸ਼ਵਰ ਸਾਡੇ ਨਾਲ ਹੋਣ, ਇਸ ਗੱਲ ਦਾ ਫਾਇਦਾ ਹੀ ਆ, ਘਾਟਾ ਕੋਈ ਨਹੀਂ ਆ। ਸੋ ਪਰਮੇਸ਼ਵਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰੋ ਤਾਂ ਜੋ ਤੁਹਾਡਾ ਜੀਵਨ ਸੌਖਾ ਹੋ ਜਾਏ। ਉਹ ਆਲ ਜੰਜਾਲ ਜਿਨ੍ਹਾਂ 'ਚ ਤੁਸੀਂ ਫਸੇ ਹੋ, ਪਰਮੇਸ਼ਵਰ ਨੇ ਤੁਹਾਨੂੰ ਕੱਢ ਦੇਣਾ। ਪ੍ਰਭੂ ਤੁਹਾਨੂੰ ਬਰਕਤ ਦੇਣ। ਬਹੁਤ ਸਾਰੇ ਭੈਣ ਭਰਾ ਰਿਕੁਐਸਟ ਕਰ ਰਹੇ ਸੀ ਕਿ ਉਹਨਾਂ ਨੇ ਵੀਜ਼ਾ ਫਾਈਲਸ ਅਪਲਾਈ ਕੀਤੀਆਂ ਹੋਈਆਂ ਆ, ਪਰ ਉਹਨਾਂ ਦੇ ਕੋਈ ਆਨਸਰ ਉਹਨਾਂ ਨੂੰ ਅਜੇ ਤੱਕ ਨਹੀਂ ਆਏ। ਜ਼ਰੂਰ ਆ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਔਰ ਜਲਦੀ ਆਉਣਗੇ। ਅਸੀਂ ਉਸ ਚੀਜ਼ ਦੇ ਲਈ ਪ੍ਰੇਅਰ ਕੀਤੀ ਔਰ ਕਰਦੇ ਰਵਾਂਗੇ ਕਿ ਪਰਮੇਸ਼ਵਰ ਤੁਹਾਡੀਆਂ ਬਾਉਂਡਰੀਜ਼ ਨੂੰ ਵਧਾਉਣ, ਤੁਹਾਡੀਆਂ ਹੱਦਾਂ ਨੂੰ ਵਧਾਉਣ, ਤਾਂ ਤੁਸੀਂ ਤਰੱਕੀਆਂ ਕਰੋ, ਤੁਹਾਡੇ ਘਰਾਂ ਦੇ ਕਲੇਸ਼ ਖਤਮ ਹੋ ਜਾਣ। ਸਗੋਂ ਹੋਰ ਸਾਰੀਆਂ ਪ੍ਰੇਅਰ ਰਿਕੁਐਸਟ ਜੋ ਕੁਝ ਤੁਸੀਂ ਸੈਂਡ ਕੀਤਾ, ਕੋਈ ਨਵੀਂ ਜੌਬ ਕਰਨਾ ਚਾਹੁੰਦੇ ਆ, ਕੁਝ ਲੋਕ ਨਵੀਂ ਐਜੂਕੇਸ਼ਨ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਆ। ਪਰਮੇਸ਼ਵਰ ਤੁਹਾਨੂੰ ਚੰਗੇ ਐਜੂਕੇਸ਼ਨਲ ਜਿਹੜੇ ਅਦਾਇਰੇ ਆ ਉਹਨਾਂ ਦੇ ਵਿੱਚ ਤੁਹਾਨੂੰ ਐਡਮਿਸ਼ਨ ਦੇਣ, ਤੁਹਾਨੂੰ ਚਾਂਸ ਮਿਲੇ ਕਿ ਤੁਸੀਂ ਅੱਛੇ ਇੰਸਟੀਟਿਊਟਸ ਦੇ ਵਿੱਚ ਜਿਹੜਾ ਹੈ ਐਂਟਰ ਕਰ ਸਕੋ। ਪ੍ਰਭੂ ਤੁਹਾਡੇ ਅੰਗ ਸੰਗ ਹੋਣ। ਕਮ ਔਨ, ਆਓ ਪ੍ਰਾਰਥਨਾ ਕਰੀਏ ਤਾਂ ਜੋ ਅੱਜ ਦਾ ਦਿਨ ਮੁਬਾਰਕ ਹੋਏ। ਥੈਂਕ ਯੂ ਫਾਦਰ, ਥੈਂਕ ਯੂ ਫਾਦਰ, ਹੈਵਨਲੀ ਫਾਦਰ, ਵੀ ਪ੍ਰੇਜ਼ ਯੂ। ਪ੍ਰਭੂ ਸਵਰਗੀ ਪਿਤਾ ਪਰਮੇਸ਼ਵਰ ਜੀ, ਅਸੀਂ ਆਪ ਜੀ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ, ਕਿਉਂਕਿ ਤੁਸੀਂ ਇੱਜ਼ਤ ਤੇ ਮਹਿਮਾ ਦੇ ਯੋਗ ਪਰਮੇਸ਼ਵਰ ਆ ਮੇਰੇ ਪਿਤਾ। ਆਓ ਪ੍ਰਭੂ ਸਾਡੇ ਅੰਗ ਸੰਗ ਹੋਵੋ ਮੇਰੇ ਪਿਤਾ ਪਰਮੇਸ਼ਵਰ। ਆਪਣੀ ਰਹਿਮਤ ਅਤੇ ਦਇਆ ਵਾਲਾ ਹੱਥ ਸਾਡੇ ਸਿਰਾਂ ਉੱਤੇ ਰੱਖੋ ਮੇਰੇ ਪਿਤਾ ਪਰਮੇਸ਼ਵਰ। ਆਓ ਮੇਰੇ ਪ੍ਰਭੂ ਸਾਡੇ ਦਿਲਾਂ ਦੇ ਵਿੱਚ ਪਾਕ ਰੂਹ ਦੇ ਦੁਆਰਾ ਆਪਣਾ ਵਾਸ ਕਰੋ ਮੇਰੇ ਪ੍ਰਭੂ। ਸਾਡੀ ਜ਼ਿੰਦਗੀ ਨੂੰ ਆਪਣਾ ਨਿਵਾਸ ਸਥਾਨ ਬਣਾਓ ਮੇਰੇ ਪ੍ਰਭੂ। ਸੱਚਮੁੱਚ ਅਸੀਂ ਤੁਰਦੇ ਫਿਰਦੇ ਪ੍ਰਭੂ ਆਪ ਜੀ ਦੀ ਜ਼ਿੰਦਾ ਹੈਕਲ ਬਣ ਜਾਈਏ ਪ੍ਰਭੂ। ਅਸੀਂ ਜਿੱਥੇ ਵੀ ਜਾਈਏ ਪ੍ਰਭੂ ਸਾਡੇ ਅੰਗ ਸੰਗ ਹੋਵੋ। ਸਾਡੇ ਉੱਠਦਿਆਂ ਬੈਠਦਿਆਂ ਅਸੀਂ ਆਪ ਜੀ ਦੀ ਪ੍ਰੈਜ਼ੈਂਸ ਨੂੰ ਫੀਲ ਕਰ ਸਕੀਏ, ਅਸੀਂ ਆਪ ਜੀ ਦੀ ਹਜ਼ੂਰੀ ਨੂੰ ਲੈ ਸਕੀਏ, ਮਹਿਸੂਸ ਕਰ ਸਕੀਏ ਮੇਰੇ ਪ੍ਰਭੂ। ਸਾਡੀ ਜੌਬ ਦੇ ਵੇਲੇ ਸਾਡੇ ਨਾਲ ਹੋਵੋ ਪ੍ਰਭੂ, ਸਾਡੇ ਰਾਹਾਂ ਦੇ ਵਿੱਚ ਸਾਡੇ ਨਾਲ ਹੋਵੋ, ਸਾਡੇ ਕੰਮਾਂ ਤੇ ਸਾਡੇ ਨਾਲ ਹੋਵੋ ਮੇਰੇ ਪ੍ਰਭੂ। ਪ੍ਰਭੂ ਜਿੱਥੇ ਵੀ ਅਸੀਂ ਜਾਈਏ ਤੁਹਾਡਾ ਆਤਮਾ ਸਾਡੀ ਅਗਵਾਈ ਕਰੇ। ਜਦੋਂ ਅਸੀਂ ਪ੍ਰਾਰਥਨਾ ਕਰੀਏ ਪ੍ਰਭੂ ਉਸ ਵੇਲੇ ਤੁਹਾਡਾ ਆਤਮਾ ਸਾਡੀ ਅਗਵਾਈ ਕਰੇ ਔਰ ਸਾਡੇ ਮੂੰਹ ਨੂੰ ਭਰੇ, ਔਰ ਸਾਡੇ ਅੱਖਰ ਪ੍ਰਭੂ ਆਪ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚਣ। ਆਪ ਜੀ ਦੀ ਹਜ਼ੂਰੀ ਦੇ ਵਿੱਚ ਪਈ ਹੋਈ ਵੇਦੀ ਦੇ ਉੱਤੇ ਸਾਡੇ ਅੱਖਰ ਪਹੁੰਚਣ, ਔਰ ਉਸ ਵੇਦੀ ਚੋਂ ਉੱਠਣ ਵਾਲਾ ਧੂਆਂ ਜਿਹੜਾ ਸਾਡੀਆਂ ਪ੍ਰਾਰਥਨਾਵਾਂ ਦਾ ਆ, ਬਖੂਰ ਦੀ ਨਿਆਈ ਤੁਹਾਨੂੰ ਪਸੰਦ ਆਏ, ਚੰਗੀਆਂ ਖੁਸ਼ਬੂਆਂ ਦੇ ਨਿਆਈ ਮੇਰੇ ਪਿਤਾ। ਐ ਮੇਰੇ ਪਿਆਰੇ ਪ੍ਰਭੂ ਜਿਨ੍ਹਾਂ ਨੇ ਅੱਜ ਤੱਕ ਤੁਹਾਡੀ ਪ੍ਰੈਜ਼ੈਂਸ ਨੂੰ ਕਦੀ ਫੀਲ ਨਹੀਂ ਕੀਤਾ, ਮੈਂ ਪ੍ਰਾਰਥਨਾ ਕਰਦੀ ਤੁਹਾਡੀ ਪ੍ਰੈਜ਼ੈਂਸ ਨੂੰ ਫੀਲ ਕਰ ਸਕਣ, ਔਰ ਮੇਰੇ ਪ੍ਰਭੂ ਇੰਨੇ ਆਨੰਦ ਨਾਲ ਭਰ ਜਾਣ ਕਿ ਉਹ ਇੱਕ ਪਲ ਲਈ ਵੀ ਉਸ ਪ੍ਰੈਜ਼ੈਂਸ ਚੋਂ ਬਾਹਰ ਨਿਕਲਣਾ ਮਨਜ਼ੂਰ ਨਾ ਹੋਏ। ਔਰ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਤੁਹਾਡੀ ਪ੍ਰੈਜ਼ੈਂਸ ਜੀਵਨ ਭਰ ਸਾਡੇ ਨਾਲ ਬਣੀ ਰਹੇ। ਇਮੈਨੂਅਲ। ਐ ਮੇਰੇ ਖੁਦਾਵੰਦ ਖੁਦਾ, ਐ ਮੇਰੇ ਪਿਤਾ, ਮੇਰੇ ਪਰਮੇਸ਼ਵਰ, ਸੈਨਾਵਾਂ ਦਾ ਯਹੋਵਾ ਪਰਮੇਸ਼ਵਰ। ਪਿਆਰੇ ਪ੍ਰਭੂ ਅਸੀਂ ਆਪਣੀਆਂ ਸਭ ਫਰਿਆਦਾਂ ਨੂੰ, ਬੇਨਤੀਆਂ ਨੂੰ ਆਪ ਜੀ ਦੀ ਹਜ਼ੂਰੀ ਵਿੱਚ ਰੱਖਦੇ ਹਾਂ। ਖੁਦਾਵੰਦ ਖੁਦਾ ਜੋ ਸਾਡੇ ਲਈ ਚੰਗਾ ਉਹ ਸਾਡੇ ਲਈ ਹੋਵੇ ਮੇਰੇ ਪ੍ਰਭੂ, ਜੋ ਸਾਡੇ ਲਈ ਨਹੀਂ ਚੰਗਾ ਉਹ ਟਲ ਜਾਏ ਮੇਰੇ ਪਿਤਾ ਪਰਮੇਸ਼ਵਰ ਜੀ।
मैं प्रार्थना करदी साडे घरां दे उत्ते तुहाडी आशीष आए, साडी जॉब दे उत्ते, बिजनेस दे उत्ते, खेतां दे उत्ते, माल डंगर दे उत्ते, जान माल धन दे उत्ते मेरे पिता परमेश्वर तुहाडी आशीष आए। साडे परिवारां नूं ब्लैस करो, साडे धीआं पुत्तरां नूं ब्लैस करो मेरे प्रभु। तुहाडा बुद्ध दा आत्मा साडे उत्ते सगों साडे पूरे परिवार दे उत्ते आए मेरे प्रभु जी। प्रभु साडे परिवारां नूं आपसी प्रेम इतफाक ते समझदारी वाला जीवन बख्शो मेरे पिता परमेश्वर। ज्ञान समझ अते प्रकाश दा आत्मा साडे परिवारां दे उत्ते राज करे। प्रभु तुहाडा वचन साडे दिल दीआं तख्तियां दे उत्ते लिखिया जाए मेरे प्रभु, और साडा मूँह आप जी दी महिमा दे नाल भरिया रहे। मेरे पिता परमेश्वर असीं धन्नवाद करदे कि तुसीं सानूं हर रोग तो नरोया कीता, दया अते रहम दा मुकट साडे सिरां दे उत्ते रखिया, चिक्कड़ विचों कढिया ते चट्टान दे उत्ते खड़े कीता। ऐ मेरी जान यहोवा नूं मुबारक आख, क्योंकि वह मुबारक खुदा आ। धन्नवाद मेरे प्रभु। प्रभु जी असीं शुक्रगुजार आ, तुसीं हनेरे विच चलण वालियां दुष्ट दीआं शक्तियां तो और दोपहर नूं उजाड़न वालियां दुष्ट दीआं शक्तियां तो तुसीं सानूं सुरक्षा बख्शी और तुसीं सानूं बचा के रखदे आ। और स्वर्गी दूतां नूं मेरे प्रभु तुसीं हुक्म दिता कि साडे दुआले डेरा लाउण और साडी हिफाजत करन, रखिया करन, मते पत्थर नाल भी साडे पैर नूं सੱਟ लगे। प्रभु असीं तुहाडा धन्नवाद करदे हां, तुसीं इस संसार दे विच फैले होए महारोग तो अज तक सानूं संभाल के रखिया, बचा के रखिया मेरे प्रभु जी। असीं धन्नवाद करदे, कोई बवा कोई बीमारी साडे डेरे कोल ना पड़ेगी। साडे मुंड 1000 ते साडे सज्जे हत्थ भावें 10,000 डिग्गण, पर कोई भी बुरी चीज़ साडे उत्ते किसी तरह का प्रभाव ना पा सकेगी। प्रभु असीं तुहाडा धन्नवाद करदे हां। प्रभु साडी दुआ है कि सानूं आउण वालियां आफतां तो अपने शब्द भेज के बचाउणा, आउण वाली तबाही तो मेरे पिता परमेश्वर। प्रभु जिद्दां सदोम तो मेरे पिता परमेश्वर तुसीं लूत नूं कढिया उहदे परिवार दे समेत मेरे प्रभु, उन्हां भयानक जगह तो जिथे मेरे प्रभु क्रोध आउण वाला आप जी दा, प्रभु धर्मी लोकां नूं बाहर कढियो। और असीं प्रार्थना करदे हां कि प्रभु जदों तुसीं उन्हां नूं बाहर कढो तां कोई लूत दी बीवी दे वांग पिछे मुड़ के ना देखे, पर वो सब दे सब एक उच्ची पहाड़ी ते चढ़न। वो उच्ची पहाड़ी जो मेरा परमेश्वर आ, यहोवा दा नाम एक पक्का बुरज आ, धर्मी भज के उहदे विच वड़दा ते बचाया जांदा आ। ऐ मेरे खुदावंद खुदा जी, अज जिन्ने धर्मी जन इस पक्के बुरज दे विच जो यहोवा नामी बुरज आ प्रभु, जो तुहाडी पनाह लैण, बचाए जाण, नाश ना होण, पर सदा दा जीवन पाउण, जो अपना भरोसा अपना ईमान प्रभु यीशु मसीह उत्ते लैके आउण, प्रभु उन्हां नूं सदीपक जीवन मिले मेरे प्रभु। अज बहुत सारे लोग अपने पाप ते गुनाह तो तौबा करन मेरे प्रभु। प्रभु तुहाडा पाक रूह उन्हां दीआं गलतियां तो उन्हां नूं जाणू करवाए, और प्रभु उन्हां दे दिल दे विच तौबा दे लई मेरे पिता परमेश्वर तुसीं उन्हां दे मनां दे अंदर तौबा पायो मेरे प्रभु, तां जो आप जी दी हजूरी विच तौबा करन अते बचाए जाण मेरे पिता परमेश्वर। तुहाडी धार्मिकता मेरे प्रभु साडे दिलां गुरदियां दे उत्ते राज करे मेरे पिता परमेश्वर। साडियां अखां नूं व्यर्थ वेखण तो मोड़ना, साडे कन्नां नूं व्यर्थ सुणन तो मोड़ना, साडे मूँह नूं व्यर्थ बोलण तो मोड़ना, और साडे मन नूं व्यर्थ दे विचारां तो मोड़ना मेरे प्रभु। प्रभु साडे जीवन दीआं डोरां नूं अपने हत्थां विच लै लो मेरे पिता परमेश्वर जी। और प्रभु असीं वधीए धार्मिकता दे विच मेरे प्रभु, और प्रभु असीं आप जी की इच्छा के अनुसार चलीए प्रभु। तुहाडी ही इच्छा अज साडे जीवन दे विच पूरी होए मेरे प्रभु। बीमारां नूं शिफा मिले, दुष्ट दे जकड़े आजाद होण, और प्रभु अज दा दिन साडे जीवन च मुबारक होए। साडी बेनती नूं सुनो, सारी प्रार्थना सैनावां दे यहोवा परमेश्वर जी दे कोलों प्रभु यीशु मसीह जी दे नाम सब मिलके मंगदे हां। आमीन आमीन आमीन। हालेलुया। थैंक यू, गॉड ब्लेस यू। मैं यकीन करदी हां तुसी बहुत खुश होवोगे इस प्रार्थना दे नाल, तुसी शांति दे विच प्रवेश कर रहे होवोगे, और आज परमेश्वर दी प्रेजेंस तुहाडे जीवन दे विच आ गई है। तुसी ओनू लै लो। मैं कहंदी जेड़े रिसीव करन दे लई रेडी आ प्रभु यीशु मसीह जी दे नाम च, परमेश्वर दी हजूरी उन्हां दे दिलां गुरदियां दे उत्ते राज करे। अज तुसी परमेश्वर दी प्रेजेंस दे नाल भर जाओ, तुहाडा अंदर बाहर परमेश्वर दी प्रेजेंस नाल भरे, तुहाडा घर परमेश्वर दी प्रेजेंस दे नाल भरे। वो डर दा आत्मा जिहड़ा तुहानूं घरां दे विच डराउंदा आ, हनेरे तो डराउंदा, तुहाडे घरां दे हर छुपे हुए खूंजे चों निकल जाए प्रभु यीशु मसीह जी दे नाम च। मैं कमैंड करदी हां एवरी डार्कनेस, हर हनेरे दी शक्ति निकल जाए प्रभु यीशु मसीह जी दे नाम दे विच। मैं कमैंड करदी हां सुपनियां विच आण के डराउण वाला गंदा आत्मा, और वो दुष्ट दी शक्ति जिहड़ी सुपनियां च तुहाडे नाल विचार करदी आ प्रभु यीशु मसीह जी दे नाम च तुहाडे जीवन दे विचों निकल जाए।
मैं कमैंड करदी उस दुष्ट की शक्ति नूं जिहड़ी तुहाडी शांति की चोरी करदी है, खुशी की चोरी करदी है, बरकत की चोरी करदी, निकल जाए प्रभु यीशु मसीह जी के नाम च, क्योंकि परमेश्वर ने सानू अधिकार दिता। तुसी मेरा नाम लैके भूतां नूं कड्डोगे और वचन दे विच लिखिया है मैं तुहानूं वैरी दी सारी शक्ति दे उत्ते अधिकार दिना, ਉਹ ਤੁਹਾਡਾ ਕੁਝ ਨਾ ਵਿਗਾੜ ਸਕੇਗਾ। मैं अज उस सामर्थ दे नाल जो परमेश्वर ने अपनी दासी नूं दित्ती अपने वचन दे द्वारा और उस अधिकार दे नाल जो सानू मरकस 16 दे विच मिलिया कि तुसी मेरा नाम लैके दुष्ट आत्मियां नूं कड्डोगे, अज मैं एक कमैंड करदी हां कि हर तरह के दुष्ट आत्मे तुहाडे जीवन चों निकल जाण। कलेश पाउण वाले दुष्ट आत्मे, विचार वाले दुष्ट आत्मे, नशे का गंदा स्पिरिट, बुरियां आदतां लैके आउण वाला गंदा स्पिरिट, हर गंदा आत्मा तुहाडे जीवन चों निकले प्रभु यीशु मसीह जी दे नाम च। तुसी डिलीवर होवो, तुसी आनंदित होवो, तुसी शांति दे नाल भरो, परमेश्वर की हजूरी दे नाल भरो। अज तो दुष्ट आत्मा का कोई स्थान नहीं तुहाडे जीवन दे विच, पर परमेश्वर दा आत्मा तुहाडे जीवन दे विच कब्जा करे। गॉड ब्लैस यू ऑल। परमेश्वर की कृपा, परमेश्वर का अनुग्रह हमेशा हमेशा तुहाडे जीवन ते बनिया रहे। जय मसीह दी। आमीन।